ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸ਼ੇਖ ਫਰੀਦ ਜੀ ਕੇ ਭਾਗ 128। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ। ਅਣਹੋਂਦੇ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਇਹ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਲੜੀ। ਇਹ ਲਾਸਟ ਸ਼ਲੋਕ ਸਾਰੀ ਲੜੀ ਦਾ ਨਿਚੋੜ। ਪੱਕੀ ਪ੍ਰਾਪਤੀ ਕਰਨੀ ਹੈ। ਇਹ ਵਿਚਾਰਧਾਰਾ ਨਾਲ ਜੁੜ ਕੇ ਕੀ ਆਪਾਂ ਨੂੰ ਪ੍ਰਾਪਤ ਹੋਣਾ। ਪਿਛਲੇ ਸ਼ਲੋਕ 'ਚ ਵਿਚਾਰਿਆ ਸੀ 126ਵੇਂ 'ਚ ਆਪਾਂ ਕਵਣ ਸੂ ਅਖਰ ਕਵਣ ਗੁਣ ਕਵਣ ਸੂ ਮਣੀਆਂ ਮੰਤ, ਕਵਣ ਸੂ ਵੈਸੋ ਹੋਂ ਕਰੀ ਜਿੱਤ ਬਸਾਵੇ ਕੰਤ। ਜਦੋਂ ਧਰਮ ਦੀ ਦੁਨੀਆ ਵਿੱਚ ਆ ਕੇ ਅਸੀਂ ਭੀਖ ਨਾਲ ਜੁੜਦੇ ਹਾਂ, ਭੀਖ ਤੋਂ ਬਾਅਦ ਫਿਰ ਬੇਸ ਬਣਦਾ ਹੈ ਬੁੱਧੀ ਦਾ, ਜੇ ਅਸੀਂ ਇਹ ਵਿਚਾਰਧਾਰਾ ਨਾਲ ਜੁੜਦੇ ਹਾਂ। ਨਹੀਂ ਫਿਰ ਸਰੀਰ ਨਾਲ ਜੁੜੇ ਹੀ ਰਹਿ ਜਾਂਦੇ ਹਾਂ। ਉਹ 'ਚੋਂ ਸਾਨੂੰ ਕੀ ਮਿਲਦਾ ਫਿਰ? ਅਹੰਕਾਰ। ਉਹੀ ਤਾਂ ਕਾਲ ਹੈ ਭਾਈ। ਪਿਛਲੀਆਂ ਪ੍ਰਚਲਿਤ ਮੱਤਾਂ ਜੋ ਵੀ ਆਪਾਂ ਕਰਕੇ ਆਏ ਔਰ ਕਰਦੇ ਰਹੋ ਸੰਸਾਰ ਜਦ ਤੱਕ ਉਹਦੀ ਇਹ ਖੇਲ ਚੱਲਦੀ ਹੈ। ਸਰੀਰ ਤੱਕ ਭਗਤੀਆਂ ਸੀਮਿਤ ਨੇ। ਜਿੰਨੇ ਧਰਮ ਕਰਮ ਅਸੀਂ ਕਰਦੇ ਹਾਂ ਸਾਰੇ ਸਰੀਰ ਦੀਆਂ ਲੋੜਾਂ ਕਰਕੇ। ਸਾਨੂੰ ਐਂ ਲੱਗਦਾ ਹੈ ਵੀ ਜਿਹੜੀਆਂ ਸਾਡੀਆਂ ਸਰੀਰ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ, ਸਾਨੂੰ ਮਿਲ ਰਿਹਾ, ਸਾਡੀ ਮੱਤ ਨਾਲ ਮਿਲ ਰਿਹਾ। ਨਹੀਂ ਭਾਈ, ਉਹੀ ਤਾਂ ਬਾਣੀ ਆਪਾਂ ਨੂੰ ਸਮਝਾਉਂਦੀ ਹੈ। ਦੋ ਹੀ ਪੱਖ ਆਪਾਂ ਨੂੰ ਬਾਣੀ ਸਮਝਾਉਂਦੀ ਹੈ। ਨਾਨਕ ਜਨ ਤੋਂ ਪਾਈ ਕੇ ਸੰਭਾਲੇ ਸਭਨਾ। ਜੀਵਾਂ ਨੂੰ ਪੈਦਾ ਕਰਦੀ ਹੈ ਕੁਦਰਤ, ਫਿਰ ਉਹਦਾ ਖਿਆਲ ਵੀ ਰੱਖਦੀ ਹੈ। ਕਰ ਕਰ ਦੇਖੇ ਕੀਤਾ ਆਪਣਾ, ਤਿਸ ਦੀ ਵਡਿਆਈ। ਸਾਰਿਆਂ ਦਾ ਖਿਆਲ ਰੱਖਣਾ, ਦੇਖਭਾਲ ਕਰਨੀ, ਸਮੇਂ ਅਨੁਸਾਰ ਸਾਰੇ ਜੀਵਾਂ ਨੂੰ ਖੁਰਾਕ, ਉਹਦਾ ਖਾਣਾ, ਜੀਵਨ ਸਾਰੇ ਦੀ ਦੇਖਭਾਲ ਕਰਨਾ। ਦੁਨੀਆ ਦੇ ਵਿੱਚ ਕੋਈ ਵੀ ਐਡਾ ਸ਼ਕਤੀਸ਼ਾਲੀ ਵਿਅਕਤੀ ਨਾ ਅੱਜ ਤੱਕ ਹੋਇਆ ਨਾ ਹੋਊਗਾ। ਅਸੀਂ ਤਾਂ ਸੰਸਾਰੀ ਜੀਵ ਹਾਂ। ਮਰ ਲਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਪਰ ਸਾਨੂੰ ਆਪਣੀ ਮੱਤ ਦਾ ਹੰਕਾਰ ਹੋ ਜਾਂਦਾ ਹੈ ਵੀ ਸਾਰਾ ਕੁਝ ਅਸੀਂ ਕਰ ਰਹੇ ਹਾਂ। ਸਾਰਿਆਂ ਦੀ ਦੇਖਭਾਲ ਇੱਕ ਹੀ ਸ਼ਕਤੀ ਕਰਦੀ ਹੈ, ਉਹੀ ਤਾਂ ਗੁਰੂ ਹੈ। ਉਹਨੂੰ ਕਰਤਾ ਪੁਰਖ ਕਿਹਾ ਬਾਣੀ ਵਿੱਚ। ਸਾਰਿਆਂ ਦੀ ਪੂਰਤੀ ਪੂਰੀ ਕਰਨੀ। ਸੰਸਾਰ 'ਚ ਕੋਈ ਵੀ ਐਸਾ ਰਾਜਾ ਨਾ ਕੋਈ ਜੀ, ਨਾ ਕੋਈ ਉੱਚੇ ਰੁਤਬੇ ਵਾਲਾ ਹੋਇਆ ਜਿਹ 'ਚ ਗੁਣ ਹੋਣ, ਪਰ ਫਿਰ ਵੀ ਅਸੀਂ ਉਹਦੀ ਬਰਾਬਰੀ ਜ਼ਰੂਰ ਕਰਦੇ ਹਾਂ। ਖਸਮੇ ਕਰੀ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਇਹ ਵਿਧੀ ਹੈ ਭਾਈ ਨੀਵਾਂ ਹੋਣ ਦੀ। ਕਵਣ ਸੂ ਅਖਰ ਕਵਣ ਗੁਣ ਕਵਣ ਸੂ ਮਣੀਆਂ ਮੰਤ। ਉਹ ਅਖਰ ਹੈ ਹਮੇਸ਼ਾ ਰਹਿਣ ਵਾਲਾ। ਸੰਸਾਰ ਕੀ ਹੈ? ਖਰ ਜੋ ਉਪਜਿਆ ਸੋ ਬਿਨ ਸਹਿ ਪਰਵਾਜ ਕੇ ਕਾਲ। ਅਸੀਂ ਖਰ ਨਾਲ ਜੁੜੇ ਹਾਂ, ਅਖਰ ਸੱਚ ਨਾਲ ਜੁੜਨਾ ਹੈ ਅਸੀਂ। ਇਹ ਮਣੀਆਂ ਮੰਤ ਹੈ ਭਾਈ। ਮਤ ਮੇ ਰਤਨ ਜਵਾਹਰ ਮਾਣਕ ਜੀ, ਇੱਕ ਗੁਰ ਕੀ ਸਿੱਖ ਸੁਣੀ। ਜੇ ਬਾਣੀ ਦੀ ਵਿਚਾਰਧਾਰਾ ਨਾਲ ਅਸੀਂ ਜੁੜਾਂਗੇ, ਆਤਮਾ ਕਰਕੇ ਜੋ ਰਤਨ ਗੁਣ ਪੈਦਾ ਹੁੰਦੇ ਨੇ। ਦੂਏ ਸ਼ਲੋਕ ਸਮਝਾਇਆ ਸੀ ਆਪਾਂ ਨੂੰ 27ਵੇਂ 'ਚ ਬਾਬਾ ਜੀ ਨੇ, ਨਿਵਣ ਸੋ ਖਰ ਖਵਣ ਗੁਣ। ਇਹ ਨਿਵਣ ਦੀ ਵਧੀਆ ਪਹਿਲਾ ਬੇਸ ਹੈ ਆਪਣਾ ਨੀਵਾਂ ਹੋਣਾ। ਖਵਣ ਗੁਣ, ਉਹ ਸਮਾ ਜਾਣਾ ਹੈ। ਜੇ ਕੋ ਖਾਵੇ ਜੇ ਕੋ ਪੂੰਚੇ ਤਿਸਕਾ ਹੋਏ। ਅਧਾਰੋਂ ਜਿਹੜੇ ਹਜਮ ਕਰ ਲੈਂਦੇ ਨੇ, ਭਾਣੇ ਚੱਲਦੇ ਨੇ, ਉਹਨਾਂ ਦਾ ਆਧਾਰ ਹੋ ਜਾਂਦਾ। ਜੇਬਾ ਮਣੀਆਂ ਮੰਤ, ਫਿਰ ਉਹਨਾਂ ਦੀ ਬੁੱਧੀ 'ਤੇ ਮਤ ਪ੍ਰਗਟ ਹੁੰਦੀ ਹੈ ਰਤਨ ਜਵਾਹਰ ਮਾਣਕ ਵਾਲੀ। ਉਸ ਬਾਤ ਤੋਂ ਬਾਅਦ ਫਿਰ ਪਰਉਪਕਾਰ ਸ਼ੁਰੂ ਹੁੰਦਾ ਹੈ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਮਣੀਆਂ ਮੰਤ ਫਿਰ ਇਹ ਆਪਣੀ ਬੁੱਧੀ 'ਤੇ ਪ੍ਰਗਟ ਹੁੰਦੀ ਹੈ। ਗੁਰ ਕੀ ਮਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਫਿਰ ਮਨ ਵਸ 'ਚ ਆਉਂਦਾ ਹੈ। ਇਹ ਵਿਧੀ ਨਾਲ ਆਪਾਂ ਜੁੜਨਾ ਭਾਈ। ਨਿਵਣ ਸੋ ਖਰ ਪਹਿਲਾ ਨੀਵਾਂ ਹੋਣਾ, ਫਿਰ ਗੁਣਾਂ ਦੀ ਪ੍ਰਾਪਤੀ, ਖਵਣ ਗੁਣ, ਫਿਰ ਜੇਬਾ ਮਣੀਆਂ ਮੰਤ। ਤੀਜੇ ਜਾ ਕੇ ਇਹ ਫਿਰ ਮਣੀਆਂ ਮੰਤ ਪ੍ਰਗਟ ਹੁੰਦੀ ਹੈ ਆਪਣੀ ਬੁੱਧੀ 'ਤੇ। ਰਹਿ ਰਸ ਵੀ ਆਪਾਂ ਰੋਜ਼ ਪੜ੍ਹਦੇ ਹਾਂ। ਗੁਰੂ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਨਾਲ ਇਹ ਮਤ ਪ੍ਰਗਟ ਹੁੰਦੀ ਹੈ। ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ ਭਾਈ।
ਇੱਥੇ ਸਤਿਗੁਰੂ ਸਮਝਾਉਂਦੇ ਨੇ, ਉਹੀ ਗੁਰਸਿੱਖ ਨੇ ਮਤ ਹੁੰਦੀ ਹੋਏ ਇਆਣਾ, ਜਾਣਦੇ ਨੇ ਸਾਰਾ ਕੁਛ, ਮਤ ਵੀ ਹੁੰਦੀ ਹੈ ਪਰ ਆਪਦੇ ਆਪ ਨੂੰ ਨੀਵਾਂ ਸਮਝਦੇ ਨੇ, ਬੱਚਾ ਸਮਝਦੇ ਨੇ। ਕਿਉਂ ਜਾਣ ਲੈਂਦੇ ਨੇ, ਇਹ ਮਤ ਗੁਰ ਕੀ ਹੈ, ਉਹਨਾਂ ਦੀ ਆਪਦੀ ਹੋਂਦ ਤਾਂ ਖਤਮ ਹੋ ਗਈ ਹੁੰਦੀ ਹੈ। ਤੂੰ ਸਮਰੱਥ ਵੱਡਾ ਮੇਰੀ ਮਤ ਥੋੜ੍ਹੀ ਰਾਮ, ਉਹ ਜਾਣ ਲੈਂਦੇ ਨੇ। ਤਾਣ ਹੁੰਦੇ ਹੋਏ ਨਿਤਾਣਾ, ਜਾਣਦੇ ਨੇ ਉਸ ਸ਼ਕਤੀ ਨੂੰ, ਉਹ ਤਾਂ ਜਸ ਕਰਦੇ ਨੇ ਪਰ ਦਾਵਾ ਨਹੀਂ ਕਰਦੇ। ਅਣਹੋਂਦੇ ਆਪ ਵੰਡਾਏ, ਉਹਨਾਂ ਕੋਲ ਕੁਛ ਨਹੀਂ ਹੁੰਦਾ, ਆਪਦਾ ਪਿੱਛੋਂ ਆ ਰਿਹਾ ਹੁੰਦਾ ਸਾਰਾ। ਉਹ ਕੁਦਰਤ ਦੀ ਖੇਲ ਦਾ ਆਨੰਦ ਮਾਣਦੇ ਨੇ, ਕੁਦਰਤ ਦਾ ਜਸ ਕਰਦੇ ਨੇ। ਜਿੰਨਾ ਪਿੱਛੋਂ ਗਿਆਨ ਆਉਂਦਾ ਹੈ ਉਹ ਵੰਡਦੇ ਰਹਿੰਦੇ ਨੇ। ਅਣਹੋਂਦਾ ਆਪ ਬਣਾਏ, ਆਪਦੀ ਹੋਂਦ ਨਹੀਂ ਹੁੰਦੀ, ਕੁਦਰਤ ਦੀ ਹੋਂਦ ਬਾਰੇ ਉਹ ਸਮਝਾਉਂਦੇ ਨੇ। ਕੋਈ ਐਸਾ ਭਗਤ ਸਦਾਏ, ਉਹਨੂੰ ਭਗਤ ਕਿਹਾ ਜਾ ਸਕਦਾ ਹੈ। ਉਹ ਭਗਤ ਬਾਣੀ ਨਾਲ ਜੁੜਿਆ ਹੋਇਆ ਗੁਰਸਿੱਖ ਆਪ ਵੀ ਤਰਦਾ, ਦੂਆਂ ਨੂੰ ਵੀ ਤਾਰਦਾ। ਆਪਾਂ ਵੀ ਤਾਂ ਇਹ ਪ੍ਰਾਪਤੀ ਕਰਨੀ ਆ ਭਾਈ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਸੋਟੀ ਨਾਲ। ਐਸੇ ਗੁਰਸਿੱਖਾਂ ਦੀ ਆਪਾਂ ਵੀ ਸੰਗਤ ਕਰਨੀ ਹੈ ਜਿਹੜੇ ਇਹ ਵਿਚਾਰਧਾਰਾ ਨਾਲ ਜੁੜੇ ਨੇ। ਆਤਮਾ ਕਰਕੇ, ਸਰੀਰ ਕਰਕੇ ਤਾਂ ਅਸੀਂ ਪੂਰਨ ਹੋ ਜਾਂਦੇ, ਉਹ 'ਚੋਂ ਹੰਕਾਰ ਪੈਦਾ ਹੋ ਜਾਂਦਾ ਭਾਈ, ਜਾਨੂੰ ਕਾਲ ਆ ਜਾਂਦਾ, ਸਮਾਂ ਨਿਕਲ ਜਾਂਦਾ। ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਵੱਡਾ ਨੀਰੇ, ਫਿਰ ਇੱਕ ਨਹੀਂ ਚੱਲਦੀ ਭਾਈ। ਆਓ ਆਪਾਂ ਇਹ ਵਿਚਾਰਧਾਰਾ ਨਾਲ ਜੁੜੀਏ, ਆਪਾਂ ਵੀ ਨੀਵਾਂ ਹੋਣਾ ਸਿੱਖੀਏ। ਸਾਰਾ ਕੁਝ ਜਾਣਦੇ ਹੋਏ ਵੀ ਸਿਰ ਨੀਵਾਂ ਰੱਖਣਾ। ਜੀਵਨ ਮੁਕਤ ਸੋ ਆਖੀਏ, ਮਰ ਜੀਵੇ ਮਰਿਆ। ਉਹ ਗੁਰਸਿੱਖ ਨੂੰ ਸਤਿਗੁਰ ਸਮਝਾਉਂਦੇ ਨੇ ਜੀਵਨ ਮੁਕਤ ਅਵਸਥਾ ਪ੍ਰਾਪਤ ਹੁੰਦੀ ਹੈ, ਸੰਸਾਰ ਮਾਇਆ ਤੋਂ ਉਹਦਾ ਛੁਟਕਾਰਾ ਹੋ ਜਾਂਦਾ। ਜੀਵਨ ਮੁਕਤ ਸੋ ਆਖੀਏ, ਮਰ ਜੀਵੇ। ਮਰ ਜੀਵੇ ਤੋਂ ਭਾਵ ਇੱਛਾ ਦਾ ਤਿਆਗ ਕਰ ਦੇਣਾ, ਸੰਸਾਰ ਤੋਂ ਮੁਕਤੀ ਪ੍ਰਾਪਤ ਕਰ ਲੈਣੀ। ਮਰ ਜੀਵੇ, ਫਿਰ ਜਿਉਂਦਾ ਹੋ ਜਾਣਾ ਆਤਮਾ ਕਰਕੇ। ਮਰ ਜੀਵੇ ਮਰਿਆ, ਫਿਰ ਵੀ ਬੁਲਾਇਆ ਬੋਲਣਾ। ਇਹ ਅਵਸਥਾ ਆਪਾਂ ਪ੍ਰਾਪਤ ਕਰਨੀਆਂ ਨੇ। ਇਹ ਵਿਚਾਰਧਾਰਾ ਨਾਲ ਜੁੜ ਕੇ ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ। ਵਾਰ ਵਾਰ ਆਪਾਂ ਇਹੀ ਵਿਚਾਰ ਨਾਲ ਸਾਂਝ ਕਰਨੀ ਹੈ, ਫਿਰ ਇਹ 'ਚੋਂ ਸਾਨੂੰ ਗਿਆਨ ਪ੍ਰਾਪਤ ਹੋਣਾ ਵਾ। ਉਹ ਗਿਆਨ ਨਾਲ ਸਾਡਾ ਜੀਵਨ ਬਦਲਣਾ। ਪਹਿਲੜੀ ਲਾਮ ਪ੍ਰਵਿਰਤ ਮਾਰਗ ਦ੍ਰਿੜਾਇਆ ਬਲਰਾਮ ਜੀਓ। ਲਾਮ ਤੋਂ ਭਾਵ ਜੁੜਨਾ, ਸਾਡਾ ਫਿਰ ਸੰਸਾਰ 'ਤੇ ਆਉਣਾ ਸਫਲ ਹੋਣਾ ਜਦੋਂ ਅਸੀਂ ਗੁਰ ਕੇ ਚਰਨ ਬਾਣੀ ਨਾਲ ਜੁੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।